ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 24ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ ਅਤੇ ਜਿਹਦੀ ਸ਼ੁਰੂਆਤ ਹੁੰਦੀ ਹੈ ਅੰਤ ਨਾ ਸਿਫਤੀ ਕਹਿਨ ਨਾ ਅੰਤ। ਜਿਹੜਾ ਸਾਡਾ ਦਿਮਾਗ ਹੈ ਉਹ ਵੀ ਕਿਸੇ ਇੱਕ ਖਾਸ ਸੀਮਾ ਵਿੱਚ, ਇੱਕ ਦਾਇਰੇ ਵਿੱਚ ਹੀ ਸੋਚ ਸਕਦਾ ਹੈ। ਇਸੇ ਤਰੀਕੇ ਨਾਲ ਸਾਡੀ ਅੱਖ ਦੀ ਵੇਖਣ ਦੀ ਵੀ ਬਕਾਇਦਾ ਇੱਕ ਸੀਮਾ ਹੈ ਔਰ ਉਸ ਸੀਮਾ ਤੋਂ ਅੱਗੇ ਵੇਖਣ ਲਈ ਸਾਨੂੰ ਦੂਰਬੀਨ ਚਾਹੀਦੀ ਹੈ। ਆਪਣੀ ਜ਼ੁਬਾਨ ਨਾਲ ਵੀ ਅਸੀਂ ਕਿਸੇ ਖਾਸ ਦੂਰੀ ਤੱਕ ਹੀ ਆਵਾਜ਼ ਪਹੁੰਚਾ ਸਕਦੇ ਹਾਂ। ਉਸ ਤੋਂ ਅੱਗੇ ਨਹੀਂ, ਉਸ ਤੋਂ ਅੱਗੇ ਪਹੁੰਚਾਉਣ ਲਈ ਸਾਨੂੰ ਤਰ੍ਹਾਂ ਤਰ੍ਹਾਂ ਦੇ ਉਪਕਰਨ ਜਿਵੇਂ ਕਿ ਲਾਊਡ ਸਪੀਕਰ ਵਗੈਰਾ ਇਹ ਸਭ ਯੂਜ਼ ਕਰਨਾ ਪੈਂਦੇ ਨੇ। ਸਾਡੇ ਕੰਨਾਂ ਦੇ ਸੁਣਨ ਦੀ ਸ਼ਕਤੀ ਵੀ ਸੀਮਿਤ ਹੈ। ਅਸੀਂ ਖਾਸ ਦੂਰੀ ਤੱਕ ਹੀ ਸੁਣ ਸਕਦੇ ਹਾਂ। ਜੇ ਕੋਈ ਬੰਦਾ ਸਾਡੇ ਤੋਂ ਜ਼ਿਆਦਾ ਦੂਰ ਹੋਵੇ ਤਾਂ ਉਹਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚਦੀ। ਮਨੁੱਖ ਕੋਲ ਜਿੰਨੇ ਵੀ ਗਿਆਨ ਇੰਦਰੇ ਨੇ ਇਹਨਾਂ ਦੀ ਸੀਮਾ ਹੈ, ਲੇਕਿਨ ਮਨੁੱਖ ਦੀ ਇੱਛਾ ਇਹ ਹੈ ਕਿ ਉਹ ਹਰ ਚੀਜ਼ ਨੂੰ ਆਪਣੀ ਪਕੜ ਵਿੱਚ ਲੈਣਾ ਚਾਹੁੰਦਾ ਹੈ। ਸੰਸਾਰ ਦੀ ਪਕੜ ਤੋਂ ਬਾਅਦ ਮਨੁੱਖ ਦੇ ਅੰਦਰ ਕਰਤਾਰ ਦੀ ਪਕੜ ਦਾ ਵੀ ਖਿਆਲ ਪੈਦਾ ਹੁੰਦਾ ਹੈ। ਪਰ ਪਰਿਪੂਰਨ ਪਰਮਾਤਮਾ ਦਾ ਅੰਤ ਪਾਉਣ ਲਈ ਉਸ ਲਈ ਬੇਅੰਤ ਸ਼ਕਤੀ ਚਾਹੀਦੀ ਹੈ। ਬੇਅੰਤ ਕਥਨ ਸ਼ਕਤੀ, ਬੇਅੰਤ ਵੇਖਣ ਸ਼ਕਤੀ, ਸੁਣਨ ਸ਼ਕਤੀ, ਸੋਚਣ ਸ਼ਕਤੀ। ਜਦ ਕਿ ਮਨੁੱਖ ਦੇ ਕੋਲ ਜਿੰਨੀ ਕੁ ਸੀਮਾ ਹੈ, ਜਿੰਨੀ ਕੁ ਉਹਦੇ ਗਿਆਨ ਇੰਦਰੀ ਨੇ, ਕਈ ਵਾਰੀ ਤਾਂ ਇਹ ਸੰਸਾਰੀ ਚੀਜ਼ਾਂ ਨੂੰ ਹੀ ਗਿਆਨ ਲੈਣੀ ਹੀ ਉਹਦੀ ਘੱਟ ਪੈ ਸਕਦੀ ਹੈ ਅਤੇ ਪਰਮਾਤਮਾ ਤਾਂ ਬੇਅੰਤ ਹੈ ਅਤੇ ਫਿਰ ਉਹਦਾ ਅੰਤ ਕਿਵੇਂ ਪਾ ਸਕਦਾ ਹੈ। ਜੇ ਬੰਦੇ ਨੂੰ ਇਹ ਗੱਲ ਦਾ ਪਤਾ ਲੱਗ ਜੇ ਕਿ ਮੇਰੀ ਗਿਆਨ ਇੰਦਰੀਆਂ ਸੀਮਿਤ ਨੇ ਅਤੇ ਜੇ ਉਹਨੂੰ ਇਸ ਦਾ ਬੋਧ ਹੋ ਜਾਏ ਅਤੇ ਮਨੁੱਖ ਜਿਹੜਾ ਹੈ ਫਿਰ ਪਰਮਾਤਮਾ ਦਾ ਬੋਧ ਪਾਉਣ ਲਈ ਨਹੀਂ ਤਤਪਰ ਰਹਿੰਦਾ ਅਤੇ ਉਹ ਬਲਕਿ ਉਹਨੂੰ ਯਾਦ ਕਰ ਕਰਕੇ ਵਿਸਮਾਦ ਦੇ ਵਿੱਚ ਚਲਾ ਜਾਂਦਾ ਹੈ। ਉਹ ਬੇਅੰਤ ਦੇ ਵਿੱਚ ਲੀਨ ਹੋ ਕੇ ਆਨੰਦ ਮਾਣਦਾ ਹੈ, ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਜਦਕਿ ਗੁਰੂ ਨਾਨਕ ਦੇਵ ਜੀ ਇਸ ਪਾਵਨ ਪਵਿੱਤਰ ਪੌੜੀ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਇਸ ਤਰ੍ਹਾਂ ਦੇ ਖੋਜੀ ਮਨੁੱਖ ਨੂੰ ਦੱਸ ਰਹੇ ਨੇ ਕਿ ਤੂੰ ਕੀ ਕਰਨਾ ਹੈ। ਅਤੇ ਕਹਿੰਦੇ ਨੇ ਅੰਤ ਨਾ ਸਿਫਤੀ ਕਹਿਨ ਨਾ ਅੰਤ। ਹੁਣ ਕਿਸੇ ਮਨੁੱਖ ਦੀ ਸਿਫਤ ਕਰਨੀ ਹੋਏ, ਉਪਮਾ ਕਰਨੀ ਹੋਏ ਅਤੇ ਅਸੀਂ ਕਿੰਨੀਆਂ ਕੁ ਸਿਫਤਾਂ ਕਰਾਂਗੇ। ਜ਼ਿਆਦਾ ਤੋਂ ਜ਼ਿਆਦਾ ਆਖਾਂਗੇ ਵੀ ਬਹੁਤ ਸੁੰਦਰ ਹੈ, ਖੁਸ਼ ਮਿਜ਼ਾਜ ਹੈ, ਪੜ੍ਹਿਆ ਲਿਖਿਆ ਹੈ, ਦਾਨੀ ਹੈ, ਗਿਆਨੀ ਹੈ, ਉੱਚ ਖਾਨਦਾਨ ਦਾ ਹੈ, ਦੋ ਚਾਰ ਸਿਫਤਾਂ ਹੋਰ ਕਰ ਲਾਂਗੇ। ਇਸੇ ਤਰੀਕੇ ਨਾਲ ਮੁਲਕ ਦੀ ਕਿਸੇ ਦੀ ਸਿਫਤ ਕਰਨੀ ਹੋਏ, ਕਿਸੇ ਦੇਸ਼ ਦੀ ਕਰਨੀ ਹੋਏ, ਕਿਸੇ ਕੌਮ ਦੀ ਕਰਨੀ ਹੋਏ, ਕਿਸੇ ਪਸ਼ੂ ਪੰਛੀ ਦੀ ਕਰਨੀ ਹੋਏ ਅਤੇ ਇਹ ਸਭ ਗੱਲਾਂ ਉੱਤੇ ਵੀ ਲਾਗੂ ਹੁੰਦੀਆਂ ਨੇ ਕਿ ਕਿੰਨੀਆਂ ਕੁ ਸਿਫਤਾਂ ਕਰਾਂਗੇ। ਦੋ ਚਾਰ ਕਰਾਂਗੇ, ਉਸ ਤੋਂ ਬਾਅਦ ਹਰੇਕ ਸਾਡੀ ਸਿਫਤ ਖਤਮ ਹੋ ਜਾਂਦੀ ਹੈ। ਸਿਫਤਾਂ ਦੇ ਦਾਇਰੇ ਵਿੱਚ ਸਾਰੀ ਕਾਇਨਾਤ ਦੇ ਜੀਵ ਆ ਜਾਂਦੇ ਨੇ। ਇੱਕ ਦਾਇਰਾ ਹੈ, ਅਸੀਂ ਕਿਸੇ ਵੀ ਚੀਜ਼ ਦੀ ਕਿਸੇ ਲਿਮਿਟ ਤੱਕ ਸਿਫਤ ਕਰਦੇ ਹਾਂ, ਉਸ ਤੋਂ ਬਾਅਦ ਵਿਚਾਰ ਸਾਡੇ ਮੁੱਕ ਜਾਂਦੇ ਨੇ। ਹੁਣ ਮਨੁੱਖ ਤੇ ਚੂਕਰ ਕੀ ਕਿਸੇ ਦਾਇਰੇ ਦੇ ਵਿੱਚ ਹੈ ਅਤੇ ਇਸ ਕਰਕੇ ਅਸੀਂ ਉਹਦੀ ਥੋੜ੍ਹੀ ਗੱਲਾਂ ਕਰਕੇ ਅਤੇ ਖ਼ਤਮ ਹੋ ਜਾਂਦੀਆਂ ਨੇ ਗੱਲਾਂ। ਲੇਕਿਨ ਜਿਹੜਾ ਖੁਦਾ ਹੈ ਉਹ ਦਾਇਰੇ ਵਿੱਚ ਨਹੀਂ ਹੈ ਅਤੇ ਉਹ ਦਾਇਰੇ ਤੋਂ ਬਾਹਰ ਹੈ, ਉਹ ਬੰਧਨਾਂ ਵਿੱਚ ਵੀ ਨਹੀਂ ਹੈ, ਉਹ ਅਨੰਤ ਹੈ। ਪਰਮਾਤਮਾ ਦਾ ਅੰਤ ਪਾਉਣਾ ਬਹੁਤ ਔਖਾ ਹੈ। ਉਸ ਪਰਿਪੂਰਨ ਪਰਮਾਤਮਾ ਦਾ ਅੰਤ ਪਾਉਣ ਵਾਲੇ ਨਹੀਂ ਪਾ ਸਕਦੇ। ਤੂੰ ਇਸ ਦਾ ਅੰਤ ਨਹੀਂ ਪਾ ਸਕਦਾ। ਇਹਦੀਆਂ ਇੰਨੀਆਂ ਕੁ ਇਹ ਗਿਣਤੀ ਦੇ ਵਿੱਚ ਨਹੀਂ ਆਉਂਦਾ ਅਤੇ ਇਸ ਕਰਕੇ ਤੂੰ ਇਹਦੀਆਂ ਸਿਫਤਾਂ ਜਿੰਨੀਆਂ ਵੀ ਕਰੇਗਾ ਉਹ ਘੱਟ ਨੇ, ਉਹ ਸਿਫਤਾਂ ਕਰ ਹੀ ਨਹੀਂ ਸਕਦਾ। ਉਹਦੀਆਂ ਸਿਫਤਾਂ ਇਤਨੀਆਂ ਨੇ ਕਿ ਗਿਣਤੀ ਦੇ ਵਿੱਚ ਨਹੀਂ ਆ ਸਕਦੀਆਂ। ਅੰਤ ਨਾ ਸਿਫਤੀ ਕਹਿਨ ਨਾ ਅੰਤ। ਉਸ ਦੀਆਂ ਸਿਫਤਾਂ ਇਤਨੀਆਂ ਨੇ ਕਿ ਅਸੀਂ ਕਹਿਣ ਵਿੱਚ ਗਿਣਤੀ ਨਹੀਂ ਕਰ ਸਕਦੇ। ਭਾਵ ਜ਼ੁਬਾਨ ਵਿੱਚ ਇਤਨੀ ਸਮਰੱਥਾ ਨਹੀਂ, ਇਤਨੀ ਤਾਕਤ ਨਹੀਂ ਕਿ ਸਾਰੇ ਦੀਆਂ ਸਾਰੀਆਂ ਸਿਫਤਾਂ ਪਰਿਪੂਰਨ ਪਰਮਾਤਮਾ ਦੀਆਂ ਗਿਣ ਕੇ ਦੱਸ ਸਕੀਏ। ਅਤੇ ਅੱਗੇ ਕਹਿੰਦੇ ਨੇ ਸਾਹਿਬ ਅੰਤ ਨਾ ਕਰਨੇ ਦੇਨ ਨਾ ਅੰਤ। ਹੁਣ ਪਰਮਾਤਮਾ ਕਰਤਾ ਹੈ ਅਤੇ ਅਸੀਂ ਸਭ ਉਹਦੇ ਕ੍ਰਿਤ ਹਾਂ। ਜਿੰਨੇ ਪਸ਼ੂ ਪੰਛੀ ਨੇ, ਮਨੁੱਖ ਨੇ, ਸੂਰਜ, ਚੰਦ, ਤਾਰੇ, ਗ੍ਰਹਿ ਨਕਸ਼ਤਰ, ਕੀੜੇ ਮਕੌੜੇ, ਇਹ ਸਭ ਉਹਦੀ ਕ੍ਰਿਤ ਨੇ। ਪਰਮਾਤਮਾ ਕਰਤਾ ਹੈ, ਅਸੀਂ ਉਹਦੀ ਕ੍ਰਿਤ ਹਾਂ ਅਤੇ ਉਸ ਦੀ ਕ੍ਰਿਤ ਜਿਹੜੀ ਹੈ ਉਹ ਕਿੰਨੀ ਕੁ ਵੱਡੀ ਹੈ ਇਸ ਦਾ ਅੰਦਾਜ਼ਾ ਨਹੀਂ। ਜਿਹਦਾ ਬਣਾਇਆ ਹੋਇਆ ਜਿਹੜਾ ਉਹਦਾ ਇਹ ਸੰਸਾਰ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿੱਥੋਂ ਤੱਕ ਬਣਿਆ ਹੋਇਆ ਹੈ। ਹੁਣ ਜਿੱਥੇ ਉਹਨੇ ਆਪਣੀ ਕ੍ਰਿਤ ਬਣਾਈ ਹੈ ਅਤੇ ਕ੍ਰਿਤ ਨੂੰ ਫਿਰ ਉਹਨੇ ਜੀਵਨ ਵੀ ਦਿੱਤਾ ਹੈ। ਸਾਰੇ ਪਸ਼ੂ ਪੰਛੀਆਂ, ਮਨੁੱਖਾਂ, ਹਰੇਕ ਚੀਜ਼ 'ਚ ਉਹਨੇ ਜਾਨ ਪਾਈ ਹੈ।
ਫਿਰ ਜੀਵਨ ਬਤੀਤ ਕਰਨ ਲਈ ਉਹਨੇ ਰਿਜ਼ਕ ਵੀ ਦਿੱਤਾ ਹੈ, ਸਮਰਥਾ ਦਿੱਤੀ ਹੈ, ਤਾਕਤ ਦਿੱਤੀ ਹੈ, ਸ਼ਕਤੀ ਦਿੱਤੀ ਹੈ। ਤੇ ਸਾਹਿਬ ਕਹਿੰਦੇ ਨੇ ਜੋ ਕੁਝ ਉਸ ਦਾ ਦਿੱਤਾ ਹੋਇਆ ਹੈ ਉਹ ਵੀ ਗਿਣਤੀ ਵਿੱਚ ਨਹੀਂ ਆਉਂਦਾ। ਜਿੱਥੇ ਉਸ ਦੀ ਕ੍ਰਿਤ ਗਿਣਤੀ ਵਿੱਚ ਨਹੀਂ ਆਉਂਦੀ, ਉੱਥੇ ਦਾਤ ਵੀ ਗਿਣਤੀ ਵਿੱਚ ਨਹੀਂ ਆਉਂਦੀ। ਕ੍ਰਿਤ ਨੂੰ ਵੰਡੀ ਹੋਈ ਜੋ ਦੇਣ ਹੈ, ਜੋ ਉਹਦੀ ਝੋਲੀ ਵਿੱਚ ਪਾਇਆ ਹੈ, ਸਾਹਿਬ ਕਹਿੰਦੇ ਨੇ ਉਸ ਦਾ ਵੀ ਅੰਤ ਨਹੀਂ ਹੈ। ਤੇ ਅੱਗੇ ਕਹਿੰਦੇ ਨੇ ਸਾਹਿਬ, ਅੰਤ ਨਾ ਵੇਖਣ ਸੁਨ ਨਾ ਅੰਤ। ਸਾਡੀ ਅੱਖ ਐਸਾ ਪ੍ਰਬਲ ਤੇ ਸੂਖਸ਼ਮ ਤੇ ਮਹਾਨ ਇੰਦਰਾ ਹੈ ਕਿ ਜਦੋਂ ਤੱਕ ਮਨੁੱਖ ਕਿਸੇ ਚੀਜ਼ ਨੂੰ ਵੇਖ ਨਹੀਂ ਲੈਂਦਾ, ਉਹਦਾ ਵਿਸ਼ਵਾਸ ਨਹੀਂ ਬੱਝਦਾ, ਉਹ ਭਤੀਜਦਾ ਨਹੀਂ। ਮਨੁੱਖ ਵੇਖ ਕੇ ਹੀ ਮੰਨਦਾ ਹੈ। ਪ੍ਰਥਮ ਸਭ ਤੋਂ ਵੱਡਾ ਮਨੁੱਖ ਇਹੀ ਕਹਿੰਦਾ, ਮੈਨੂੰ ਪ੍ਰਮਾਣ ਦਿਓ ਹਰ ਚੀਜ਼ ਦਾ। ਪ੍ਰਤੱਖ ਪ੍ਰਮਾਣ ਜੇ ਉਹਨੇ ਵੇਖਿਆ ਨਹੀਂ, ਸਿਰਫ ਉਹ ਸੁਣ ਕੇ ਨਹੀਂ ਮੰਨਦਾ, ਉਹ ਵੇਖਣਾ ਚਾਹੁੰਦਾ ਹੈ ਹਰ ਚੀਜ਼ ਨੂੰ। ਉਹ ਪੜ੍ਹ ਕੇ ਵੀ ਨਹੀਂ ਮੰਨਦਾ। ਮੈਂ ਵੇਖਿਆ ਨਹੀਂ, ਅਨੁਮਾਨ ਪ੍ਰਮਾਣ ਦੇ ਰਾਹੀਂ ਮੈਂ ਇਸ ਨੂੰ ਮੰਨਾਂ, ਕਬੂਲ ਕਰਾਂ, ਬਹੁਤ ਔਖੀ ਗੱਲ ਲੱਗਦੀ ਹੈ ਉਸਨੂੰ। ਲਿਹਾਜ਼ਾ ਸੁਭਾਵਿਕ ਰੁਚੀ ਮਨੁੱਖ ਦੀ ਹੈ ਕਿ ਇਹ ਵੇਖਣਾ ਚਾਹੁੰਦਾ ਹੈ ਤੇ ਵੇਖ ਕੇ ਹੀ ਮੰਨਦਾ ਹੈ। ਇਸ ਨੂੰ ਇਹ ਕੌਣ ਦੱਸੇ ਕਿ ਇਸ ਅੱਖ ਦੇ ਵਿੱਚ ਪਰਿਪੂਰਨ ਪਰਮਾਤਮਾ ਨੂੰ ਵੇਖਣ ਦੀ ਸਮਰੱਥਾ ਨਹੀਂ ਹੈ। ਮਨੁੱਖ ਦੀ ਇਸ ਅੱਖ ਵਿੱਚ ਤੇ ਪੂਰਨ ਰੂਪ ਵਿੱਚ ਸੂਰਜ ਨੂੰ ਵੇਖਣ ਦੀ ਸਮਰੱਥਾ ਨਹੀਂ। ਮਨੁੱਖ ਦੀ ਰੋਸ਼ਨੀ ਬਰਦਾਸ਼ਤ ਕਰਨ ਦੀ ਸੀਮਾ ਤੋਂ ਵੱਧ ਰੋਸ਼ਨੀ ਹੈ ਸੂਰਜ ਦੇ ਵਿੱਚ, ਤੇ ਉਹਨੂੰ ਹੀ ਬਰਦਾਸ਼ਤ ਨਹੀਂ ਕਰ ਸਕਦੀ। ਤੇ ਪਰਮਾਤਮਾ ਜੋ ਕਰੋੜਾਂ ਸੂਰਜਾਂ ਵਰਗਾ ਹੈ, ਇਹ ਅੱਖ ਵੇਖ ਕਿਵੇਂ ਸਕਦੀ ਹੈ? ਉਹਨੂੰ ਵੇਖੇ ਤਾਂ ਕਿਵੇਂ ਵੇਖੇ? ਮਹਾਭਾਰਤ ਦੇ ਯੁੱਧ ਵਿੱਚ ਅਰਜੁਨ ਨੇ ਵੀ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਮੈਨੂੰ ਵਿਰਾਟ ਰੂਪ ਦਿਖਾਓ, ਪੂਰਨ ਰੂਪ ਦਿਖਾਓ। ਪਰ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ, ਤੇਰੀ ਹਜੇ ਤਿਆਰੀ ਨਹੀਂ, ਜੇ ਮੈਂ ਵਿਖਾਇਆ ਵੀ ਤੂੰ ਵੇਖ ਨਹੀਂ ਸਕੇਗਾ। ਹਜ਼ਰਤ ਮੂਸਾ ਨੇ ਵੀ ਖੁਦਾ ਅੱਗੇ ਇਹ ਜਿੱਦ ਕੀਤੀ ਸੀ ਕਿ ਮੈਨੂੰ ਆਪਣਾ ਪੂਰਨ ਜਲਵਾ ਦਿਖਾਓ, ਤੇ ਖੁਦਾ ਦੀ ਤਰਫੋਂ ਐਲਾਨ ਹੋਇਆ ਸੀ ਕਿ ਮੂਸਾ ਤੇਰੀ ਅੱਖ ਵਿੱਚ ਤਾਬ ਨਹੀਂ, ਤੂੰ ਨਹੀਂ ਦੇਖ ਸਕੇਗਾ। ਜਿਵੇਂ ਇੱਕ ਮਾਸੂਮ ਬੱਚਾ ਸੂਰਜ ਦੀ ਕਿਰਨਾਂ ਨੂੰ ਵੇਖ ਕੇ ਹੱਠ ਕਰੇ ਕਿ ਸਾਰੇ ਦਾ ਸਾਰਾ ਸੂਰਜ ਮੇਰੇ ਕਮਰੇ ਵਿੱਚ ਆਉਣਾ ਚਾਹੀਦਾ ਹੈ, ਬੱਚੇ ਦਾ ਇਹ ਨਾਦਾਨ ਹੱਠ ਹੋਵੇਗਾ। ਸੂਰਜ ਇਤਨਾ ਮਹਾਨ ਕਮਰੇ ਵਿੱਚ ਆਵੇ ਤਾਂ ਕਿਸ ਤਰ੍ਹਾਂ ਆਵੇ? ਇਸੇ ਤਰੀਕੇ ਨਾਲ ਮੂਸਾ ਦੀ ਜਿੱਦ ਜਦੋਂ ਨਾ ਮੰਨਿਆ ਮੂਸਾ, ਤੇ ਖੁਦਾ ਬਖਸ਼ਿਸ਼ ਦੇ ਘਰ ਵਿੱਚ ਆਏ ਤੇ ਪੂਰਨ ਜਲਵਾ ਜਦ ਉਹਨਾਂ ਨੇ ਮੂਸੇ ਨੂੰ ਦਿਖਾਇਆ ਤੇ ਮੂਸਾ 3 ਦਿਨ ਤੱਕ ਬੇਹੋਸ਼ ਰਹੇ। ਯਹੂਦੀਆਂ ਦੇ ਇਤਿਹਾਸ ਵਿੱਚ ਗਾਥਾ ਹੈ, ਇਹ ਬਕਾਇਦਾ ਲਿਖੀ ਹੋਈ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਵੇਖ ਕੇ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਵੇਖਣ ਸੁਨ ਨਾ ਅੰਤ। ਤੇ ਸੁਣ ਕੇ ਵੀ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਵ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪਰਮਾਤਮਾ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ, ਹੁਣ ਹੋਰ ਕੁਝ ਸੁਣਨ ਨੂੰ ਬਾਕੀ ਨਹੀਂ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਸਭ ਕੁਝ ਵੇਖ ਲਿਆ ਹੈ, ਸੁਣ ਲਿਆ ਹੈ, ਕਥਨ ਕਰ ਲਿਆ ਹੈ, ਹੋਰ ਕੁਝ ਬਾਕੀ ਹੀ ਨਹੀਂ। ਇਸ ਤਰ੍ਹਾਂ ਦੇ ਦਾਅਵੇ ਸਾਰੇ ਬੇਹੂਦਾ ਨੇ। ਲਿਹਾਜ਼ਾ ਸਤਿਗੁਰ ਕਹਿੰਦੇ ਨੇ, ਅੰਤ ਨਾ ਵੇਖਣ ਸੁਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ। ਦੁਨੀਆ ਵਿੱਚ ਆਮ ਕਰਕੇ ਜੋਤਿਸ਼ ਇਹ ਦੱਸਦੇ ਰਹਿੰਦੇ ਨੇ ਕਿ ਬਈ ਇਸ ਇੰਨੇ ਸਾਲਾਂ ਬਾਅਦ ਪ੍ਰਲਯ ਹੋ ਜਾਏਗੀ, ਇਹ ਹੋ ਜਾਏਗਾ, ਉਹ ਹੋ ਜਾਏਗਾ। ਤਰ੍ਹਾਂ ਤਰ੍ਹਾਂ ਦੀਆਂ ਭਵਿੱਖਬਾਣੀਆਂ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੇ ਮਨ ਵਿੱਚ ਕਿਹੜਾ ਮਤਾ ਹੈ, ਉਹ ਕਿਹੜੀ ਸਲਾਹ ਮਸ਼ਵਰੇ ਵਿੱਚ ਬੈਠਾ ਹੈ, ਕੀ ਮਤਾ ਪਕਾ ਰਿਹਾ ਹੈ, ਕੀ ਕੁਝ ਕਰਨਾ ਚਾਹੁੰਦਾ ਹੈ, ਕਿਸ ਸੋਚਾਂ ਵਿੱਚ ਬੈਠਾ ਹੈ, ਇਸ ਦਾ ਤੇ ਕਿਸੇ ਵੱਡੇ ਤੋਂ ਵੱਡੇ ਮਨੋਵਿਗਿਆਨਿਕ ਨੂੰ ਤੇ ਜੋਤਿਸ਼ ਨੂੰ ਬੋਧ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਦੀ ਜੋਤਿਸ਼ ਵਿੱਦਿਆ ਨੂੰ ਗੁਰਮਤਿ ਤੋਂ ਇੱਕ ਪਾਸੇ ਕਰ ਦਿੱਤਾ। ਖਾਸ ਕਰਕੇ ਭਵਿੱਖਵਕਤਾਵਾਂ ਦੀ ਬਾਣੀ ਨੂੰ ਆਪਣੇ ਸਿਧਾਂਤਿਕ ਨੁਕਤਿਆਂ ਤੋਂ ਇੱਕ ਪਾਸੇ ਕਰ ਦਿੱਤਾ, ਕਿਉਂਕਿ ਇਹ ਤਾਂ ਦਾਅਵਾ ਹੋ ਗਿਆ ਕਿ ਰੱਬ ਜੋ ਕੁਝ ਕਰਨਾ ਚਾਹੁੰਦਾ ਸੀ ਅਸੀਂ ਜਾਣ ਲਿਆ ਹੈ, ਪਰਮਾਤਮਾ ਜੋ ਕੁਝ ਕਰਨਾ ਚਾਹੁੰਦਾ ਹੈ ਸਾਨੂੰ ਪਤਾ ਲੱਗ ਗਿਆ ਹੈ। ਮੇਰੇ ਪਾਤਸ਼ਾਹ ਦਾ ਕਹਿਣਾ ਹੈ, ਬੀਓ ਪੂਛਨਾ ਮਸਲਤ ਧਰੇ, ਜੋ ਕੁਝ ਕਰੇ ਤੋ ਆਪੇ ਕਰੇ। ਜੋ ਕੁਝ ਉਹ ਕਰਦਾ ਹੈ ਉਹ ਉਸਨੂੰ ਖੁਦ ਪਤਾ ਹੈ, ਉਹ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ। ਤਾਂ ਸਾਹਿਬ ਕਹਿੰਦੇ ਨੇ, ਅੰਤ ਨਾ ਜਾਪੇ ਕਿਆ ਮਨ ਮੰਤ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਕਬੀਰ ਜੀ ਕਹਿੰਦੇ ਨੇ ਕਿ ਮੇਰੇ ਮਤੇ ਤੇ ਪਰਮਾਤਮਾ ਦੇ ਸਾਹਮਣੇ
ਚੱਲਦੇ ਨਹੀਂ। ਮੇਰੀ ਚਿਤਵਨੀ ਪਰਮਾਤਮਾ ਦੀ ਚਿਤਵਨੀ ਦੇ ਸਾਹਮਣੇ ਚੱਲਦੀ ਨਹੀਂ। ਪਰ ਉਹਦੀ ਚਿਤਵਨੀ ਕੀ ਹੈ? ਸਾਹਿਬ ਕਹਿੰਦੇ ਨੇ ਇਸ ਦਾ ਕੋਈ ਪਤਾ ਨਹੀਂ ਕਿ ਜੀਵਾਂ ਪ੍ਰਤੀ, ਬ੍ਰਹਮੰਡ ਪ੍ਰਤੀ ਕੀ ਕੁਛ ਮਤਾ ਹੈ, ਕੀ ਕੁਛ ਮਤਾ ਆਪਣੇ ਮਨ ਵਿੱਚ ਪਕਾ ਰੱਖਿਆ ਹੈ। ਸਾਹਿਬ ਕਹਿੰਦੇ ਨੇ ਇਸ ਦਾ ਕੋਈ ਪਤਾ ਨਹੀਂ, ਕੋਈ ਅੰਤ ਨਹੀਂ। ਅੰਤ ਨਾ ਜਾਪੇ ਕਿਆ ਮਨਮੰਤ, ਅੰਤ ਨਾ ਜਾਪੇ ਕੀਤਾ ਆਕਾਰ। ਇਹ ਆਕਾਰ ਕਿੰਨਾ ਕੁ ਉਸਨੇ ਬਣਾਇਆ ਹੈ। ਅਸਥੂਲ ਸਰੀਰ ਵਜੂਦ ਜੋ ਅੱਖਾਂ ਨਾਲ ਦਿਖਾਈ ਦਿੰਦਾ ਹੈ, ਇਹ ਕਿੰਨਾ ਕੁ ਹੈ। ਸਾਹਿਬ ਕਹਿੰਦੇ ਨੇ ਇਸ ਦਾ ਵੀ ਕੋਈ ਅੰਤ ਨਹੀਂ। ਹੁਣ ਤਾਂ ਅੱਜ ਕੱਲ੍ਹ ਦੀ ਸਾਇੰਸ ਵੀ ਇਹ ਕਹਿਣ ਲੱਗ ਪਈ ਹੈ ਕਿ ਕੋਈ 50 ਅਰਬ ਸੂਰਜਾਂ ਦਾ ਪਤਾ ਚੱਲ ਚੁੱਕਿਆ ਹੈ, ਜਿਸ ਦੇ ਸਾਹਮਣੇ ਤੇ ਇਹ ਸੂਰਜ ਕੋਈ ਮਾਮੂਲੀ ਖਿਡੌਣਾ ਪ੍ਰਤੀਤ ਹੁੰਦਾ ਹੈ। ਜਿਸ ਪਰਮਾਤਮਾ ਦੀ ਮਹਿਫਿਲ ਵਿੱਚ ਸੂਰਜ ਰੇਤ ਦੇ ਜਰਰੇ ਤੋਂ ਜ਼ਿਆਦਾ ਨਹੀਂ ਹੈ, ਉੱਥੇ ਤੂੰ ਅੰਤ ਪਾਵਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਬਜ਼ੁਰਗੀ ਨਹੀਂ ਹੈ, ਇਹ ਬੇਅਦਬੀ ਹੋਵੇਗੀ, ਗੁਸਤਾਖੀ ਹੋਵੇਗੀ। ਤੋ ਸਾਹਿਬ ਦਾ ਫੁਰਮਾਨ, ਅੰਤ ਨਾ ਜਾਪੇ ਕੀਤਾ ਕਰ, ਅੰਤ ਨਾ ਜਾਪੇ ਪਾਰਾਵਾਰ। ਉਹ ਯਾਨੀ ਕਿ ਪਰਮਾਤਮਾ ਸ਼ੁਰੂ ਕਿੱਥੋਂ ਹੁੰਦਾ ਹੈ, ਖਤਮ ਕਿੱਥੇ ਹੁੰਦਾ ਹੈ, ਨਾ ਉਸਦੇ ਉਰਾਰ ਦਾ ਪਤਾ, ਨਾ ਉਸਦੇ ਪਾਰ ਦਾ ਪਤਾ ਹੈ। ਅਸੀਂ ਮੱਧ ਵਿੱਚ ਖੜ੍ਹੇ ਹਾਂ, ਨਾ ਸਾਨੂੰ ਆਦਿ ਦਾ ਪਤਾ ਹੈ, ਨਾ ਸਾਨੂੰ ਅੰਤ ਦਾ ਪਤਾ ਹੈ। ਅਤੇ ਸਾਹਿਬ ਕਹਿੰਦੇ ਨੇ ਅੰਤ ਨਾ ਜਾਪੇ ਪਾਰਾਵਾਰ, ਨਹੀਂ ਦਿਸਦਾ ਪਾਰਾਵਾਰ, ਉਰਾਰ ਤੇ ਪਾਰ। ਅੰਤ ਕਾਰਨ ਕੇਤੇ ਬਿਲ ਲਾਏ। ਅਨੰਤ ਕਾਲ ਤੋਂ ਪਰਮਾਤਮਾ ਦਾ ਅੰਤ ਪਾਉਣ ਲਈ ਕਈ ਬਿਲਖ ਰਹੇ ਨੇ, ਤੜਫ ਰਹੇ ਨੇ, ਕਈ ਜਿੱਦੋ ਜਹਿਦ ਕਰ ਰਹੇ ਨੇ, ਕਈ ਕੋਸ਼ਿਸ਼ਾਂ ਕਰ ਰਹੇ ਨੇ। ਆਪਣੇ ਢੰਗ ਦੇ ਨਾਲ ਬੌਧਿਕ ਬਲ ਨੂੰ ਅਤੇ ਮਾਨਸਿਕ ਸਿੱਧੀਆਂ ਨੂੰ ਵਰਤ ਕੇ, ਜਪ ਤਪ ਦੀ ਘਾਲਣਾ ਨਾਲ ਪ੍ਰਾਪਤੀ ਕੀਤੀ ਹੋਈ ਸ਼ਕਤੀ ਨੂੰ ਅੱਗੇ ਰੱਖ ਕੇ ਪਰਮਾਤਮਾ ਦਾ ਅੰਤ ਪਾਵਨ ਦੀ। ਅਤੇ ਸਾਹਿਬ ਕਹਿੰਦੇ ਨੇ ਤਾਂ ਕਿ ਅੰਤ ਨਾ ਪਾਏ ਜਾਏ। ਪਰ ਉਸ ਦਾ ਅੰਤ ਕੋਈ ਕਿਸ ਤਰ੍ਹਾਂ ਪਾਵੇ। ਪਰ ਇਹ ਗੱਲ ਵੱਖਰੀ ਹੈ ਕਿ ਅਨੰਤ ਕਾਲ ਤੋਂ ਕੋਸ਼ਿਸ਼ ਜਾਰੀ ਹੈ, ਲੇਕਿਨ ਉਸ ਦਾ ਅੰਤ ਅਜੇ ਤੱਕ ਨਹੀਂ ਪਾਇਆ ਜਾ ਸਕਿਆ। ਸਾਹਿਬ ਕਹਿੰਦੇ ਨੇ ਇਹੋ ਅੰਤ ਨਾ ਜਾਣੇ ਕੋਈ। ਉਸ ਪਰਮਾਤਮਾ ਦਾ ਅੰਤ ਕੋਈ ਜੀਵ ਵੀ ਨਹੀਂ ਜਾਣਦਾ। ਲਿਹਾਜ਼ਾ ਇਸ ਢੰਗ ਦੀ ਕੋਈ ਚੇਸ਼ਟਾ ਵੀ ਨਾ ਕਰੇ, ਯਤਨ ਵੀ ਨਾ ਕਰੇ। ਸਮਾਂ ਬਰਬਾਦ ਹੋਵੇਗਾ ਔਰ ਜ਼ਿੰਦਗੀ ਨਸ਼ਟ ਕਰੇਗਾ। ਸਾਹਿਬ ਦਾ ਫੁਰਮਾਨ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਮੈਂ ਤੇ ਅਥਾਹ ਸਾਗਰ ਵਿੱਚ ਨਿੱਕੀ ਜਿਹੀ ਮਛਲੀ। ਕਿੰਨਾ ਕੁ ਜਲ ਹੈ, ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ। ਮੈਂ ਅੰਤ ਪਾਵਾਂ ਤਾਂ ਕਿਵੇਂ ਪਾਵਾਂ। ਮਛਲੀ ਜਲ ਵਿੱਚ ਰਹਿ ਤਾਂ ਸਕਦੀ ਹੈ, ਪਰ ਸਾਗਰ ਦਾ ਅੰਤ ਨਹੀਂ ਪਾ ਸਕਦੀ। ਸਾਹਿਬ ਕਹਿੰਦੇ ਨੇ ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਜੇ ਉਸ ਪਰਮਾਤਮਾ ਨੂੰ ਆਖੀਏ ਬਹੁਤ ਹੈ, ਬਹੁਤ ਵੱਡਾ ਹੈ, ਭਾਵ ਜਿੰਨਾ ਕੁ ਵੀ ਵੱਡਾ ਆਖਦੇ ਹਾਂ, ਉਹ ਵੱਡਾ ਆਖਣਾ ਵੀ ਥੋੜ੍ਹਾ ਹੈ। ਉਹ ਵੱਡਾ ਆਖਣਾ ਵੀ ਸੀਮਾ ਦੇ ਦਾਇਰੇ ਵਿੱਚ ਆ ਜਾਂਦਾ ਹੈ। ਇਹ ਆਖ ਦਿੰਦੇ ਹਾਂ ਉਹ ਬਹੁਤ ਵੱਡਾ ਹੈ, ਉਹ ਬਹੁਤ ਵੱਡਾ ਹੈ, ਅਤੇ ਉਹ ਉਸ ਤੋਂ ਵੀ ਹੋਰ ਵੱਡਾ ਹੋ ਜਾਂਦਾ ਹੈ। ਲਿਹਾਜ਼ਾ ਇਹ ਸ਼ਬਦ ਵੀ ਪੂਰਨ ਤੌਰ 'ਤੇ ਪਰਮਾਤਮਾ ਉੱਤੇ ਪੂਰਾ ਨਹੀਂ ਉਤਰਦਾ। ਇਹ ਸ਼ਬਦ ਵੀ ਕਮਜ਼ੋਰ ਹੈ। ਅਤੇ ਸਾਹਿਬ ਕਹਿੰਦੇ ਨੇ ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਕਿਉਂਕਿ ਉਹ ਸਾਹਿਬ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਉਸ ਦਾ ਸਿੰਘਾਸਨ, ਉਸ ਦਾ ਅਸਥਾਨ ਵੀ ਬਹੁਤ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਉੱਚਿਆਂ ਤੋਂ ਵੀ ਉੱਚਾ ਹੈ ਉਸ ਦਾ ਨਮੂਨਾ, ਉਸ ਦੀ ਹਸਤੀ, ਉਸ ਦਾ ਸਨਮਾਨ ਅਤੇ ਗੁਣ, ਉਸ ਦੀ ਧੀਰਜਤਾ ਉੱਚਿਆਂ ਤੋਂ ਵੀ ਉੱਚੀ ਹੈ। ਜਗਤ ਵਿੱਚ ਜੋ ਉੱਚੇ ਨੇ, ਧਨ ਕਰਕੇ, ਪਦ ਕਰਕੇ, ਗਿਆਨ ਕਰਕੇ, ਵਿਗਿਆਨ ਕਰਕੇ, ਜੋ ਉੱਚੇ ਗਿਣੇ ਜਾਂਦੇ ਨੇ, ਸਾਹਿਬ ਕਹਿੰਦੇ ਨੇ ਇਹ ਉੱਚੇ ਉੱਚੇ ਨਹੀਂ ਨੇ। ਉੱਚੇ ਉੱਪਰ ਉੱਚਾ ਨਾਉ, ਜਗਤ ਦੀ ਤਮਾਮ ਉੱਚਾਈਆਂ ਤੋਂ ਉੱਚਾ ਹੈ ਪਰਮਾਤਮਾ ਦਾ ਨਾਮਣਾ, ਉਸ ਦੀ ਹਸਤੀ, ਉਸ ਦੀ ਸਿਫਤੋ ਸਲਾਹ। ਏਵੜ ਉੱਚਾ ਹੋਵੇ ਕੋਈ। ਹੁਣ ਇੰਨਾ ਕੋਈ ਉੱਚਾ ਹੋਵੇ, ਕਿੰਨਾ ਕੁ, ਜਿਤਨਾ ਕਿ ਪਰਮਾਤਮਾ ਆਪ ਹੈ। ਤਿਸ ਉੱਚੇ ਕੋ ਜਾਣੇ ਸੋਈ। ਤਾਂ ਹੀ ਉਸ ਉੱਚੇ ਨੂੰ, ਪਰਮਾਤਮਾ ਨੂੰ ਕੋਈ ਜਾਣੇ ਕਿ ਉਹ ਕਿੰਨਾ ਕੁ ਉੱਚਾ ਹੈ। ਅਤੇ ਸਾਹਿਬ ਕਹਿੰਦੇ ਨੇ ਤਿਸ ਕਾ ਸ਼ਰੀਕ ਕੋ ਨਾਹੀ, ਨਾ ਕੋ ਕੰਟਕ ਵੈਰਾਈ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਉਸ ਵਰਗਾ ਹੋਰ ਕੋਈ ਵੀ ਨਹੀਂ। ਅਗਰ ਪਰਮਾਤਮਾ ਦਾ ਸ਼ਰੀਕ ਮੰਨ ਲਈਏ, ਫਿਰ ਤਾਂ ਪਰਮਾਤਮਾ ਦੋ ਨੇ, ਇੱਕ ਨਹੀਂ। ਦੋ 'ਤੇ ਦੁਵਿਧਾ ਹੁੰਦੀ ਹੈ, ਦੋ 'ਤੇ ਸੰਸਾਰ ਹੈ, ਨਿਰੰਕਾਰ 'ਤੇ ਸਿਰਫ ਇੱਕ ਹੈ। ਜਿੱਥੇ ਦੋ ਹਿੰਸਾ ਸ਼ੁਰੂ ਹੋਇਆ, ਉੱਥੇ ਸੰਸਾਰ ਸ਼ੁਰੂ ਹੋਇਆ। ਇਸ ਵਾਸਤੇ ਕਹਿੰਦੇ ਨੇ ਜਗਤ ਵਿੱਚ ਤੇ ਦੁਵਿਧਾ ਹੈ,
ਦੁਬਦਾ ਹੈ, ਦੋ ਨੇ, ਪਰ ਸਾਰੀ ਦੁਬਦਾ, ਸਾਰਾ ਸੰਸਾਰ ਕਿਸੇ ਇੱਕ ਦੇ ਆਸਰੇ 'ਤੇ ਖੜ੍ਹਾ ਹੈ। ਉਹ ਇੱਕ ਐਸਾ ਹੈ ਜਿਹਦੇ ਮੁਕਾਬਲੇ 'ਤੇ ਦੂਸਰਾ ਕੋਈ ਨਹੀਂ। ਜਗਤ ਦੇ ਵਿੱਚ ਤਾਂ ਅਸੀਂ ਇੱਕ ਦੇ ਮੁਕਾਬਲੇ ਦੂਸਰਾ ਲੱਭ ਸਕਦੇ ਹਾਂ। ਇੱਕ ਧਨਵਾਨ ਹੈ ਅਤੇ ਉਸ ਦੇ ਮੁਕਾਬਲੇ ਵਿੱਚ ਦੂਸਰਾ ਵੀ ਧਨਵਾਨ ਹੈ। ਇੱਕ ਵੱਡਾ ਵਪਾਰੀ ਦੇ ਨਾਲ ਦੂਸਰਾ ਵਪਾਰੀ ਹੈ। ਇੱਕ ਗਿਆਨੀ ਦੇ ਨਾਲ ਦੂਸਰਾ ਗਿਆਨੀ ਹੈ। ਕਵੀ, ਦਾਰਸ਼ਨਿਕ, ਫਿਲੋਸਫਰ, ਸੰਗੀਤਕਾਰ, ਮੂਰਤੀਕਾਰ, ਉਹਨਾਂ ਦੇ ਮੁਕਾਬਲੇ ਵਿੱਚ ਦੂਸਰੇ ਲੱਭੇ ਜਾ ਸਕਦੇ ਨੇ। ਲੇਕਿਨ ਇਹ ਨਿਯਮ ਪਰਮਾਤਮਾ ਦੇ ਤਲ 'ਤੇ ਲਾਗੂ ਨਹੀਂ ਹੁੰਦਾ। ਇਸ ਤਰ੍ਹਾਂ ਕੋਈ ਵੀ ਨਹੀਂ ਜਾਣ ਸਕੇਗਾ, ਕਿਉਂ ਕੋਈ ਉਸਦਾ ਸ਼ਰੀਕ ਵੀ ਨਹੀਂ, ਕੋਈ ਉਸਦੀ ਬਰਾਬਰੀ ਕਰਨ ਵਾਲਾ ਹੀ ਨਹੀਂ। ਜੇਵੜ ਆਪ ਜਾਣੇ ਆਪ ਆਪ, ਜੇਵੜ ਆਪ, ਜਿੰਨਾ ਕੁ ਆਪ ਹੈ ਉਹ ਕਿੰਨਾ ਕੁ ਹੈ, ਜਾਣੇ ਆਪ ਆਪ, ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਕੁ ਹੈ। ਇਸ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਨਾਨਕ ਨਦਰੀ ਕਰਮੀ ਦਾਤ। ਨਦਰ ਤੇ ਕਰਮ ਤੋਂ ਮੁਰਾਦ ਹੈ ਬਖਸ਼ਿਸ਼। ਨਦਰੀ ਮਤਲਬ ਨਿਗਾਹ। ਰਹਿਮਤ ਦੀ ਨਿਗਾਹ ਨਾਲ ਸਾਰੀਆਂ ਦਾਤਾਂ ਬੰਦੇ ਨੂੰ ਪ੍ਰਾਪਤ ਹੁੰਦੀਆਂ ਨੇ, ਅਤੇ ਜੋ ਵੀ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ, ਸੁੱਖ, ਆਰਾਮ, ਆਨੰਦ ਜੋ ਮਿਲਦੇ ਨੇ ਜਗਤ ਵਿੱਚ, ਇਹ ਸਾਰੇ ਪਰਮਾਤਮਾ ਤੋਂ ਮਿਲਦੇ ਨੇ। ਇਹ ਉਹਦੀਆਂ ਦਾਤਾਂ ਨੇ। ਲਿਹਾਜ਼ਾ ਸਾਹਿਬ ਕਹਿੰਦੇ ਨੇ, ਅੰਤ ਪਾਉਣ ਦੀ ਕੋਸ਼ਿਸ਼ ਛੱਡ ਦੇ, ਉਹਦੀ ਨਿਗਾਹੇ ਕਰਮ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰ। ਤੂੰ ਉਹਨੂੰ ਨਾਪਣਾ ਤੋਲਣਾ ਛੱਡ ਦੇ, ਉਹਦੀ ਬਖਸ਼ਿਸ਼ ਦਾ ਪਾਤਰ ਬਣ। ਉਹਦੀਆਂ ਨਜ਼ਰਾਂ ਤੋਂ ਉੱਚਾ ਉੱਠਣਾ ਛੱਡ ਦੇ, ਤੂੰ ਉਹਦੀਆਂ ਨਜ਼ਰਾਂ ਦੇ ਥੱਲੇ ਆ। ਦਰਅਸਲ ਉਹਦੀ ਨਿਗਾਹ ਤੋਂ ਉੱਚਾ ਉੱਠਣਾ ਹੈ ਹੀ ਬੜੀ ਔਖੀ ਗੱਲ। ਇਸ ਵਾਸਤੇ ਅਸੀਂ ਦੇਖਦੇ ਹਾਂ ਕੋਈ ਬੰਦਾ ਬੰਦਿਆਂ ਦੀ ਨਿਗਾਹ ਤੋਂ ਤਾਂ ਉੱਚਾ ਉੱਠ ਸਕਦਾ ਹੈ, ਲੇਕਿਨ ਰੱਬ ਦੀ ਨਿਗਾਹ ਤੋਂ ਉੱਚਾ ਉੱਠਣਾ ਬੜੀ ਔਖੀ ਗੱਲ ਹੈ। ਹਾਂ, ਬੰਦੇ ਯਤਨ ਕਰਕੇ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਤੂੰ ਕਰ, ਮਨੁੱਖਾਂ ਦੀ ਨਿਗਾਹ ਤੋਂ ਜ਼ਰੂਰ ਉੱਠ, ਲੇਕਿਨ ਯਤਨ ਕਰ ਰੱਬ ਦੀ ਨਿਗਾਹਾਂ ਦੇ ਥੱਲੇ ਰਹਿਣ ਦੀ। ਹੋ ਸਕਦਾ ਹੈ ਤੂੰ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠੇ, ਤੈਨੂੰ ਮਾਨ ਸਨਮਾਨ ਮਿਲੇ, ਪਰ ਧਾਰਮਿਕ ਨਿਗਾਹਾਂ ਦੇ ਥੱਲੇ ਆਵੇਂ, ਪ੍ਰਭੂ ਦੀ ਨਿਗਾਹਾਂ ਦੇ ਥੱਲੇ ਆਵੇਂ। ਉਹਦੀ ਨਜ਼ਰਾਂ ਦੇ ਵਿੱਚ ਅੰਮ੍ਰਿਤ ਹੈ, ਉਹਦੀ ਨਿਗਾਹ ਦੇ ਵਿੱਚ ਦਾਤਾਂ ਨੇ। ਉਹਦੇ ਵੇਖਦਿਆਂ ਹੀ ਮਨੁੱਖ ਦੀ ਝੋਲੀ ਦਾਤਾਂ ਨਾਲ ਭਰ ਜਾਂਦੀ ਹੈ। ਅਤੇ ਇਸ ਪੌੜੀ ਦੀ ਮੂਲ ਪੰਕਤੀ ਇਹ ਕਹਿ ਰਹੀ ਹੈ ਕਿ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰ, ਉਹਦੀ ਰਹਿਮਤ, ਉਹਦੀ ਬਖਸ਼ਿਸ਼ ਅਤੇ ਉਹਦੀ ਨਿਗਾਹ ਦੇ ਥੱਲੇ ਆ ਜਾ, ਹੇ ਪ੍ਰਾਣੀ। ਇਹ ਸੀ ਜੀ 24ਵੀਂ ਪੌੜੀ ਦੀ ਵਿਆਖਿਆ ਜਪਜੀ ਸਾਹਿਬ ਦੀ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਈ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਈ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।